ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ ਤੇ ਇਸ ਤੋਂ ਪਹਿਲਾਂ ਲਵਪ੍ਰੀਤ ਦੀ ਭੈਣ ਨੇ ਰੱਬਦੀਪ ਨੂੰ ਹੀ ਸਿੱਧਾ ਇੱਕ ਅਪੀਲ ਕੀਤੀ ਹੈ। ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਲਾਡੀ ਦੀ ਭੈਣ ਨੇ ਕਿਹਾ ਕਿ ਉਹਨੂੰ ਡਰ ਸੀ, ਬੇਅੰਤ ਕੌਰ ਨੂੰ ਡਰ ਸੀ, ਉਹਦੇ ਮਨ ਦੇ ਵਿੱਚ ਚੋਰ ਸੀ, ਇਸੇ ਕਰਕੇ ਉਹਨੇ ਆਪਣਾ ਐਡਰੈਸ ਨਹੀਂ ਦਿੱਤਾ। ਉਹ ਰੱਬਦੀਪ ਦੇ ਨਾਲ ਰਹਿੰਦੀ ਹੋਣੀ। ਮੇਰੇ ਭਾਈ ਵਾਲਾ ਹੱਕ ਉਹਨੇ ਰੱਬਦੀਪ ਨੂੰ ਦਿੱਤਾ ਹੋਇਆ ਸੀ। ਬੇਅੰਤ ਕੌਰ ਉਹਦੇ ਨਾਲ ਰਹਿੰਦੀ ਸੀ। ਹੋ ਸਕਦਾ ਹੈ ਜੁਨੇਦਪੁਰ ਵਾਲਿਆਂ ਦੇ ਘਰਦਿਆਂ ਨੂੰ ਵੀ ਪਤਾ ਹੋਵੇ ਤੇ ਬੇਅੰਤ ਕੌਰ ਦੇ ਘਰਦਿਆਂ ਨੂੰ ਵੀ ਪਤਾ ਹੋਵੇ। ਲਵਪ੍ਰੀਤ ਦੀ ਭੈਣ ਨੇ ਡਰਦਿਆਂ ਕਿਹਾ ਕਿ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਘਰ ਵਾਲਾ ਹੋਊਗਾ ਤੇ ਇੱਕ ਬਾਹਰ ਵਾਲਾ। ਜੇਕਰ ਘਰ ਦੇ ਉਹਦਾ ਸਪੋਰਟ ਕਰ ਰਹੇ ਨੇ ਤਾਂ ਉਹ ਬਹੁਤ ਹੀ ਜ਼ਿਆਦਾ ਗਲਤ ਕਰ ਰਹੇ ਨੇ। ਰੱਬਦੀਪ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਉਮੀਦ ਹੈ ਕਿ ਉਹ ਸਾਹਮਣੇ ਆ ਕੇ ਸੱਚ ਦੱਸੇਗਾ। ਲਾਡੀ ਨੂੰ ਸ਼ੱਕ ਨਹੀਂ ਸਗੋਂ ਯਕੀਨ ਸੀ ਕਿ ਬੇਅੰਤ ਕੌਰ ਕਿਸੇ ਹੋਰ ਦੇ ਨਾਲ ਹੈ। ਲਵਪ੍ਰੀਤ ਦੀ ਭੈਣ ਨੇ ਕਿਹਾ ਕਿ ਅਸੀਂ ਰੱਬਦੀਪ ਨੂੰ ਕੁਝ ਨਹੀਂ ਕਹਾਂਗੇ, ਉਹਨੇ ਸਾਨੂੰ ਧੋਖੇ ਦੇ ਵਿੱਚ ਰੱਖਿਆ, ਜਾਂ ਫਿਰ ਹੋ ਸਕਦਾ ਹੈ ਕਿ ਉਹਨੇ ਰੱਬਦੀਪ ਨੂੰ ਵੀ ਧੋਖੇ ਦੇ ਵਿੱਚ ਰੱਖਿਆ ਹੋਵੇ। ਜੋ ਵੀ ਸੱਚ ਹੈ ਉਹ ਸਾਹਮਣੇ ਆ ਕੇ ਦੱਸੇ। ਲਾਡੀ ਦੀ ਭੈਣ ਦਾ ਕਹਿਣਾ ਹੈ ਕਿ ਜਿਸ ਸਮੇਂ ਉਸਨੇ ਬੇਅੰਤ ਕੌਰ ਨੂੰ ਫੋਨ ਕੀਤਾ ਉਸ ਸਮੇਂ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਸੀ। ਉਹਨਾਂ ਨੇ ਸਿਰਫ ਇੱਕ ਸਿੰਪਥੀ ਦੇ ਤੌਰ ਤੇ ਹੀ ਕਿਹਾ ਸੀ ਕਿ ਮੇਰੀ ਦੋਸਤ, ਮੇਰੀ ਸਹੇਲੀ ਤੇਰੇ ਕੋਲ ਆ ਜਾਵੇਗੀ, ਪਰ ਉਹਨੇ ਆਪਣਾ ਐਡਰੈਸ ਨਹੀਂ ਦਿੱਤਾ। ਇਸ ਦੇ ਨਾਲ ਹੀ ਇੱਕ ਅਜਿਹਾ ਗੁੰਝਲਦਾਰ ਅਤੇ ਵੱਡਾ ਸਵਾਲ ਪੁੱਛਿਆ ਗਿਆ ਜਿਸ ਨੂੰ ਸੁਣਨ ਤੋਂ ਬਾਅਦ ਕੰਨ ਸੁੰਨ ਹੋ ਗਏ। ਲਵਪ੍ਰੀਤ ਦੀ ਭੈਣ ਦਾ ਕਹਿਣਾ ਹੈ ਕਿ ਜੇਕਰ ਬੇਅੰਤ ਕੌਰ ਦੇ ਪਰਿਵਾਰ ਦੇ ਵਿੱਚੋਂ ਕੋਈ ਚਲਾ ਜਾਂਦਾ ਤਾਂ ਕੀ ਉਹ ਇੰਡੀਆ ਇਸ ਸਮੇਂ ਤੱਕ ਨਾ ਆਉਂਦੀ? ਕੀ ਬੇਅੰਤ ਕੌਰ ਫਿਰ ਭਾਰਤ ਨਾ ਆਉਂਦੀ? ਆਖਿਰ ਹੁਣ ਤੱਕ ਉਹ ਕਿਉਂ ਨਹੀਂ ਆਈ? ਬੇਅੰਤ ਕੌਰ ਪੁੱਛਦੀ ਹੈ ਕਿ ਕਾਲਸ ਕਿਉਂ ਨਹੀਂ ਦਿਖਾਈਆਂ ਜਾ ਰਹੀਆਂ, ਸਿਰਫ ਚੈਟ ਕਿਉਂ ਦਿਖਾਈ ਜਾ ਰਹੀ ਹੈ, ਚੈਟ ਦੇ ਵਿੱਚ ਲੜਾਈ ਦਿਖਾਈ ਜਾ ਰਹੀ ਹੈ। ਪਰ ਲਵਪ੍ਰੀਤ ਦੀ ਭੈਣ ਨੇ ਦੱਸਿਆ ਕਿ ਸੱਚ ਤਾਂ ਇਹ ਹੈ ਕਿ ਕਾਲ ਕੋਈ ਹੈ ਹੀ ਨਹੀਂ, ਜੇਕਰ ਹੁੰਦੀ ਤਾਂ ਹੀ ਉਹ ਦਿਖਾਉਂਦੇ। ਲਾਡੀ ਦੀ ਭੈਣ ਨੇ ਕਿਹਾ ਕਿ ਸਾਨੂੰ ਇਨਸਾਫ ਮਿਲ ਜਾਵੇ। 2 ਸਾਲ ਵਿਆਹ ਨੂੰ ਹੋ ਗਏ ਸਨ, ਪਰ ਉਸ ਦਾ ਜਿਹੜਾ ਰਿਸ਼ਤਾ ਸੀ ਨਾ ਤਾਂ ਉਹਦੇ ਸੱਸ ਦੇ ਨਾਲ ਉਹਨਾਂ ਗੂੜਾ ਸੀ, ਨਾ ਹੀ ਨਨਾਣ ਦੇ ਨਾਲ। ਹਾਲਾਂਕਿ ਇਹ ਜ਼ਰੂਰ ਕਿਹਾ ਜਾਂਦਾ ਹੈ ਸੱਸ ਦੇ ਵੱਲੋਂ, ਲਵਪ੍ਰੀਤ ਦੀ ਮਾਤਾ ਜੀ ਦੇ ਵੱਲੋਂ, ਕਿ ਬੋਲ ਚਾਲ ਵਧੀਆ ਕਰਦੀ ਸੀ, ਪਰ ਉਹਨਾਂ ਨੂੰ ਕਦੇ ਨਹੀਂ ਪਤਾ ਸੀ ਕਿ ਅਜਿਹਾ ਕੁਝ ਭਾਣਾ ਵਾਪਰੇਗਾ। ਲਵਪ੍ਰੀਤ ਘਰ ਦੇ ਵਿੱਚ ਝੂਠ ਬੋਲਦਾ ਰਹਿੰਦਾ ਸੀ। ਮਾਤਾ ਜੀ ਨੇ ਦੱਸਿਆ ਕਿ ਸਾਨੂੰ ਕਹਿੰਦਾ ਸੀ ਕਿ ਕੋਠੇ ਤੇ ਚੜ੍ਹ ਕੇ ਮੈਂ ਗੱਲ ਕਰਦਾ ਹਾਂ ਤਾਂ ਬੇਅੰਤ ਕੌਰ ਦਾ ਫੋਨ ਹੁੰਦਾ ਹੈ, ਪਰ ਜਦੋਂ ਕਿ ਉਹ ਫੋਨ ਦੋਤਿਆਂ ਦਾ ਹੀ ਹੁੰਦਾ ਹੈ। ਅੰਦਰ ਹੀ ਅੰਦਰ ਉਹ ਆਪਣੇ ਆਪ ਦੇ ਨਾਲ ਜੂਝਦਾ ਜਾ ਰਿਹਾ ਸੀ, ਘਰਦਿਆਂ ਨੂੰ ਸੱਚ ਨਹੀਂ ਦੱਸ ਪਾ ਰਿਹਾ ਸੀ ਤੇ ਬੇਅੰਤ ਕੌਰ ਸੱਚ ਦੱਸ ਨਹੀਂ ਰਹੀ ਸੀ। ਇਸ ਤਰ੍ਹਾਂ ਦੇ ਕਈ ਸਾਰੇ ਇਲਜ਼ਾਮ ਬੇਅੰਤ ਕੌਰ ਤੇ ਲਵਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਗਾਤਾਰ ਲਗਾਏ ਜਾ ਰਹੇ ਨੇ। ਤਕਰੀਬਨ 25 ਲੱਖ ਰੁਪਏ ਜਿਹੜੇ ਕਹੇ ਜਾ ਰਹੇ ਨੇ ਕਿ ਲਗਾਏ ਗਏ ਨੇ, ਉਹ ਕਿੱਥੋਂ ਆਏ ਆਖਿਰਕਾਰ? ਦੱਸਿਆ ਗਿਆ ਕਿ ਕੁਝ ਪੈਸੇ ਰਿਸ਼ਤੇਦਾਰਾਂ ਤੋਂ ਉਧਾਰੇ ਲਏ ਗਏ, ਵਿਆਜ ਚੁੱਕਿਆ ਗਿਆ, ਆੜ੍ਹਤੀਆਂ ਤੋਂ ਲਏ ਗਏ, ਜ਼ਮੀਨ ਤੱਕ ਗਹਿਣੇ ਰੱਖ ਦਿੱਤੀ ਗਈ, ਪਰ ਕਦੇ ਕੋਈ ਹਿਸਾਬ ਕਿਤਾਬ ਨਹੀਂ ਮੰਗਿਆ ਗਿਆ ਬੇਅੰਤ ਕੌਰ ਤੋਂ। ਹੁਣ ਲਵਪ੍ਰੀਤ ਦੀ ਭੈਣ ਦਾ ਕਹਿਣਾ ਹੈ ਕਿ ਉਸਨੇ ਸਾਰੇ ਪੈਸੇ ਬਾਹਰ ਉਡਾਏ ਨੇ ਜਾਂ ਫਿਰ ਇੰਜੋਏ ਕੀਤਾ ਹੈ, ਐਸ਼ ਕੀਤੀ ਹੈ। ਕਿਸੇ ਵੀ ਗੱਲ ਦਾ ਕੋਈ ਹਿਸਾਬ ਕਿਤਾਬ ਉਹਨੇ ਲਾਡੀ ਤੱਕ ਨੂੰ ਨਹੀਂ ਦਿੱਤਾ ਸੀ। ਦੂਸਰੀ ਵਾਰ ਦੀ ਫੀਸ ਵੀ ਭਰੀ ਹੈ ਤੇ ਪਹਿਲਾਂ ਵੀ ਫੀਸ ਭਰੀ। ਜਹਾਜ਼ ਟਿਕਟ ਵੀ ਲਵਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੀ ਦਿੱਤੀ ਗਈ ਸੀ। ਰੱਖੜੀ ਦੇ ਇਸ ਮੌਕੇ ਤੇ ਰੱਬਦੀਪ ਨੂੰ ਅਪੀਲ ਕੀਤੀ ਹੈ। ਦੱਸਿਆ ਗਿਆ ਲਵਪ੍ਰੀਤ ਦੀ ਭੈਣ ਦੇ ਵੱਲੋਂ ਕਿਹਾ ਗਿਆ ਕਿ ਉਸਨੂੰ ਸਾਹਮਣੇ ਆ ਕੇ ਸੱਚ ਦੱਸਣਾ ਚਾਹੀਦਾ। ਇਸ ਤੋਂ ਇਲਾਵਾ ਕੈਨੇਡਾ ਰਹਿੰਦੇ ਹੋਰ ਵੀ ਕਈ ਵੀਰਾਂ ਨੂੰ ਅਪੀਲ ਕੀਤੀ ਗਈ ਹੈ ਲਾਡੀ ਦੀ ਭੈਣ ਦੇ ਵੱਲੋਂ ਕਿ ਜੇਕਰ ਕਿਸੇ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਹੈ ਜਾਂ ਫਿਰ ਕੋਈ ਜਾਣਕਾਰੀ ਹੈ ਤਾਂ ਉਹ ਉਹਨਾਂ ਦੇ ਨਾਲ ਸਾਂਝੀ ਕਰੇ ਤਾਂ ਕਿ ਲਵਪ੍ਰੀਤ ਨੂੰ ਇਨਸਾਫ ਮਿਲ ਸਕੇ। ਇਨਸਾਫ ਦੀ ਉਮੀਦ ਲਗਾਤਾਰ ਖੋਂਦੀ ਜਾ ਰਹੀ ਹੈ। ਲਵਪ੍ਰੀਤ ਦੇ ਚਾਚਾ ਜੀ ਦੇ ਵੱਲੋਂ ਵੀ ਕਿਹਾ ਗਿਆ ਕਿ ਹੁਣ ਮੈਂ ਸਿਰਫ ਲਾਡੀ ਲਈ ਨਹੀਂ ਸਗੋਂ ਉਹਨਾਂ ਸਾਰੇ ਮੁੰਡਿਆਂ ਲਈ ਲੜਾਂਗਾ ਜਿਹੜਾ ਕਿ ਇਸ ਧੋਖੇ ਦਾ ਸ਼ਿਕਾਰ ਹੋਏ ਨੇ। ਉਮੀਦ ਨਹੀਂ ਹੈ ਕਿ ਲਵਪ੍ਰੀਤ ਦੇ ਮਾਮਲੇ ਦੇ ਵਿੱਚ ਕੋਈ ਇਨਸਾਫ ਮਿਲੇਗਾ। ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਨਸ਼ਾ ਨਹੀਂ ਆ ਸਕਦਾ, ਇਸ ਗੱਲ ਦਾ ਦਾਅਵਾ ਕੀਤਾ ਜਾ ਰਿਹਾ। ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਡੈੱਡ ਬੋਡੀ ਦੇ ਕੋਲ ਲਾਡੀ ਦੇ ਪਿਤਾ ਜੀ ਖੁਦ ਮੌਜੂਦ ਸਨ ਅਤੇ ਉਹਨਾਂ ਨੇ ਇਸ ਗੱਲ ਨੂੰ ਸਰਾਸਰ ਇਲਜ਼ਾਮ ਦੱਸਿਆ ਕਿ ਲਾਡੀ ਨਸ਼ੇ ਕਰਦਾ ਸੀ।
ਨਾ ਸਿਰਫ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੇ ਸਗੋਂ ਬੇਅੰਤ ਕੌਰ ਦੇ ਵੀ ਇਸ ਸਮੇਂ ਸਾਹ ਸੁੱਕੇ ਹੋਏ ਨੇ, ਕਿਉਂਕਿ ਉਹਨੂੰ ਫਿਕਰ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੀ ਆਵੇਗਾ, ਉਸ ਉੱਪਰ ਕੋਈ ਹਮਲਾ ਹੋਇਆ ਜਾਂ ਨਹੀਂ। ਇਸ ਬਾਰੇ ਸਾਫ਼ ਕਰ ਦਈਏ ਕਿ ਬੇਅੰਤ ਕੌਰ ਦੇ ਬਾਹਰ ਬੈਠਿਆਂ ਤੇ ਕੋਈ ਹਮਲਾ ਨਹੀਂ ਹੋਇਆ, ਪਰ ਬੀਤੇ ਦਿਨ ਇਹ ਜ਼ਰੂਰ ਪਤਾ ਲੱਗਿਆ ਕਿ ਉਹ ਕਮਜ਼ੋਰੀ ਕਰਕੇ ਡਾਕਟਰਾਂ ਦੇ ਚੱਕਰ ਜ਼ਰੂਰ ਕੱਟ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਪਹਿਲਾਂ ਲਵਪ੍ਰੀਤ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਉਸ ਦੀਆਂ ਫਾਈਲਾਂ ਤੇ ਫਲੈਗ ਲੱਗ ਚੁੱਕਿਆ ਹੈ। ਜਿੱਥੇ ਕਿਤੇ ਵੀ ਉਹ ਜਾਵੇਗੀ ਉਸ ਨੂੰ ਪੁੱਛਗਿੱਛ ਦੇ ਲਈ ਦੱਸਣਾ ਪਵੇਗਾ ਕਿ ਆਖਿਰਕਾਰ ਉਸ 'ਤੇ 420 ਦਾ ਪਰਚਾ ਕਿਉਂ ਦਰਜ ਹੋਇਆ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੁਝ ਅਜਿਹੀ ਗੱਲ ਆ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਜਲਦ ਹੀ ਬੇਅੰਤ ਕੌਰ ਨੂੰ ਭਾਰਤ ਆਉਣਾ ਪਵੇ। ਭਾਵੇਂ ਉਸ ਨੂੰ ਇਸ ਸਾਰੇ ਮਾਮਲੇ ਦੇ ਵਿੱਚ ਸਹਿਯੋਗ ਦੇਣ ਲਈ ਹੀ ਕਿਉਂ ਨਾ ਆਉਣਾ ਪਵੇ, ਪਰ ਹੋ ਸਕਦਾ ਹੈ ਕਿ ਉਹ ਭਾਰਤ ਪੰਜਾਬ ਮੁੜ ਆਵੇ। ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ ਤੇ ਇਸ ਤੋਂ ਪਹਿਲਾਂ ਲਵਪ੍ਰੀਤ ਦੀ ਭੈਣ ਨੇ ਰਬਦੀਪ ਨੂੰ ਹੀ ਸਿੱਧਾ ਇੱਕ ਅਪੀਲ ਕੀਤੀ ਹੈ। ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਲਾਡੀ ਦੀ ਭੈਣ ਨੇ ਕਿਹਾ ਕਿ ਉਹਨੂੰ ਡਰ ਸੀ, ਬੇਅੰਤ ਕੌਰ ਨੂੰ ਡਰ ਸੀ, ਉਹਦੇ ਮਨ ਦੇ ਵਿੱਚ ਚੋਰ ਸੀ, ਇਸੇ ਕਰਕੇ ਉਹਨੇ ਆਪਣਾ ਐਡਰੈਸ ਨਹੀਂ ਦਿੱਤਾ। ਉਹ ਰਬਦੀਪ ਦੇ ਨਾਲ ਰਹਿੰਦੀ ਹੋਣੀ, ਮੇਰੇ ਭਾਈ ਵਾਲਾ ਹੱਕ ਉਹਨੇ ਰਬਦੀਪ ਨੂੰ ਦਿੱਤਾ ਹੋਇਆ ਸੀ। ਬੇਅੰਤ ਕੌਰ ਉਹਦੇ ਨਾਲ ਰਹਿੰਦੀ ਸੀ। ਹੋ ਸਕਦਾ ਹੈ ਜੁਨੇਦਪੁਰ ਵਾਲਿਆਂ ਦੇ ਘਰਦਿਆਂ ਨੂੰ ਵੀ ਪਤਾ ਹੋਵੇ ਤੇ ਬੇਅੰਤ ਕੌਰ ਦੇ ਘਰਦਿਆਂ ਨੂੰ ਵੀ ਪਤਾ ਹੋਵੇ। ਲਵਪ੍ਰੀਤ ਦੀ ਭੈਣ ਨੇ ਡਰਦਿਆਂ ਕਿਹਾ ਕਿ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਘਰ ਵਾਲਾ ਹੋਊਗਾ ਤੇ ਇੱਕ ਬਾਹਰ ਵਾਲਾ। ਜੇਕਰ ਘਰ ਦੇ ਉਹਦਾ ਸਪੋਰਟ ਕਰ ਰਹੇ ਨੇ ਤਾਂ ਉਹ ਬਹੁਤ ਹੀ ਜ਼ਿਆਦਾ ਗਲਤ ਕਰ ਰਹੇ ਨੇ। ਰਬਦੀਪ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਉਮੀਦ ਹੈ ਕਿ ਉਹ ਸਾਹਮਣੇ ਆ ਕੇ ਸੱਚ ਦੱਸੇਗਾ। ਲਾਡੀ ਨੂੰ ਸ਼ੱਕ ਨਹੀਂ ਸਗੋਂ ਯਕੀਨ ਸੀ ਕਿ ਬੇਅੰਤ ਕੌਰ ਕਿਸੇ ਹੋਰ ਦੇ ਨਾਲ ਹੈ। ਲਵਪ੍ਰੀਤ ਦੀ ਭੈਣ ਨੇ ਕਿਹਾ ਕਿ ਅਸੀਂ ਰਬਦੀਪ ਨੂੰ ਕੁਝ ਨਹੀਂ ਕਹਾਂਗੇ, ਉਹਨੇ ਸਾਨੂੰ ਧੋਖੇ ਦੇ ਵਿੱਚ ਰੱਖਿਆ, ਜਾਂ ਫਿਰ ਹੋ ਸਕਦਾ ਹੈ ਕਿ ਉਹਨੇ ਰਬਦੀਪ ਨੂੰ ਵੀ ਧੋਖੇ ਦੇ ਵਿੱਚ ਰੱਖਿਆ ਹੋਵੇ। ਜੋ ਵੀ ਸੱਚ ਹੈ ਉਹ ਸਾਹਮਣੇ ਆ ਕੇ ਦੱਸੇ। ਲਾਡੀ ਦੀ ਭੈਣ ਦਾ ਕਹਿਣਾ ਹੈ ਕਿ ਜਿਸ ਸਮੇਂ ਉਸਨੇ ਬੇਅੰਤ ਕੌਰ ਨੂੰ ਫੋਨ ਕੀਤਾ ਉਸ ਸਮੇਂ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਸੀ। ਉਹਨਾਂ ਨੇ ਸਿਰਫ ਇੱਕ ਸਿੰਪਥੀ ਦੇ ਤੌਰ ਤੇ ਹੀ ਕਿਹਾ ਸੀ ਕਿ ਮੇਰੀ ਦੋਸਤ, ਮੇਰੀ ਸਹੇਲੀ ਤੇਰੇ ਕੋਲ ਆ ਜਾਵੇਗੀ, ਪਰ ਉਹਨੇ ਆਪਣਾ ਐਡਰੈਸ ਨਹੀਂ ਦਿੱਤਾ। ਇਸ ਦੇ ਨਾਲ ਹੀ ਇੱਕ ਅਜਿਹਾ ਗੁੰਝਲਦਾਰ ਅਤੇ ਵੱਡਾ ਸਵਾਲ ਪੁੱਛਿਆ ਗਿਆ ਜਿਸ ਨੂੰ ਸੁਣਨ ਤੋਂ ਬਾਅਦ ਕੰਨ ਸੁੰਨ ਹੋ ਗਏ। ਲਵਪ੍ਰੀਤ ਦੀ ਭੈਣ ਦਾ ਕਹਿਣਾ ਹੈ ਕਿ ਜੇਕਰ ਬੇਅੰਤ ਕੌਰ ਦੇ ਪਰਿਵਾਰ ਦੇ ਵਿੱਚੋਂ ਕੋਈ ਚਲਾ ਜਾਂਦਾ ਤਾਂ ਕੀ ਉਹ ਇੰਡੀਆ ਇਸ ਸਮੇਂ ਤੱਕ ਨਾ ਆਉਂਦੀ? ਕੀ ਬੇਅੰਤ ਕੌਰ ਫਿਰ ਭਾਰਤ ਨਾ ਆਉਂਦੀ? ਆਖਿਰ ਹੁਣ ਤੱਕ ਉਹ ਕਿਉਂ ਨਹੀਂ ਆਈ?